Hello student. Today our topic is drawing in pipe or duct. ਅੰਡਰਗਰਾਊਂਡ ਕੇਬਲ ਬਾਰੇ ਆਪਾਂ ਡਿਸਕਸ ਕਰਦੇ ਪਏ ਹਾਂ। ਇਹ ਪਹਿਲੋਂ ਆਪਾਂ ਡਾਇਰੈਕਟ ਲਾਈਨ ਮੈਥਡ ਜਿਹੜਾ ਡਿਸਕਸ ਕੀਤਾ ਵਾ। ਸੈਕਿੰਡ ਮੈਥਡ ਆਪਣਾ ਡਰਾਇੰਗ ਇਨ ਪਾਈਪਸ ਔਰ ਡਕਟ, ਜਾਂ ਆਪਾਂ ਇਹਨੂੰ ਕੀ ਕਹਿ ਦਿੰਦੇ ਹਾਂ, ਡਰਾਇੰਗ ਇਨ ਸਿਸਟਮ, ਡਰਾਉ ਇਨ ਸਿਸਟਮ ਜਿਹੜਾ ਇਹਦਾ ਨਾਮ ਸੈਕਿੰਡ ਨਾਮ ਆਪਾਂ ਲੈਂਦੇ ਹਾਂ। ਪਹਿਲਾਂ ਇਹਦੇ 'ਚ ਡਿਸਕਸ ਕਰਦੇ ਹਾਂ। ਵੈਨ ਐਗਜ਼ੀਬਿਸ਼ਨ is expensive or inconvenient, duct or a pipe are laid in the trench for whole of the cable route with manholes at suitable position। ਜਿਹੜੀ ਇਹ ਜਦੋਂ ਆਪਾਂ ਨੂੰ ਕੋਈ ਜਿਹੜੀ ਖੁਦਾਈ ਦੇ ਵਿੱਚ ਦੁਬਾਰੇ ਖੁਦਾਈ ਕਰਨ ਵਾਸਤੇ ਜਿਹੜੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕੋਈ ਵੀ, ਜਾਂ ਆਪਾਂ ਨੂੰ ਐਕਸਪੈਂਸਿਵ ਪੈਂਦਾ, ਮਹਿੰਗਾ ਪੈਂਦਾ ਵਾ, ਉਸ ਵਾਸਤੇ ਆਪਾਂ ਕੀ ਆ, ਡਕਟ ਜਾਂ ਪਾਈਪ ਦੇ ਸਿਸਟਮ ਦੇ ਨਾਲ ਟਰੈਂਚਾਂ ਦੇ ਵਿੱਚ ਆਪਾਂ ਕੇਬਲਸ ਰੂਟ ਬਣਾਉਂਦੇ ਹਾਂ। ਇਹਦੇ ਵਿੱਚ ਆਪਾਂ ਇੱਕ ਮੈਨ ਹੋਲਸ ਬਣਾਉਂਦੇ ਹਾਂ, ਜਿਹਦੇ ਥਰੂ ਜਿਹੜੇ ਆਪਾਂ ਪਾਈਪਸ ਦੇ ਜਿਹਦੇ ਥਰੂ ਵਿੱਚ ਮੈਨ ਹੋਲ ਮੀਨਸ ਜਿਹਦੇ ਵਿੱਚ ਬੰਦਾ ਬਹਿ ਕੇ ਅਤੇ ਪਾਈਪ ਨੂੰ ਇਨਸਰਟ ਕਰ ਸਕੇ ਜਾਂ ਐਗਜ਼ਿਟ ਕਰ ਸਕੇ, ਤਾਂ ਕਿ ਜਦੋਂ ਵੀ ਕੋਈ ਫਾਲਟ ਪੈਂਦਾ, ਜੇ ਆਪਾਂ ਨੂੰ ਕਿਸੇ ਵੀ ਕੇਬਲ ਨੂੰ ਚੇਂਜ ਕਰਨਾ ਪੈਂਦਾ ਜਾਂ ਕੋਈ ਕੇਬਲ ਐਡ ਅਪ ਕਰਨੀ ਪੈਂਦੀ ਆ, ਉਸ ਦੌਰਾਨ ਜਿਹੜੀ ਆਪਾਂ ਚੇਂਜਿੰਗ ਕਰ ਸਕਦੇ ਹਾਂ ਇਹਦੇ 'ਚ। ਦਿਸ ਮੈਥਡ ਵਿਲ ਅਪਲਾਈ ਵੇਅਰ ਦ ਲੇਟਰ ਅਲਟਰਨੇਸ਼ਨ ਔਰ ਐਡੀਸ਼ਨ ਟੂ ਦ ਸਿਸਟਮ ਆਰ ਵਿਜ਼ੂਲੇਟਿਡ sense with suitable spare pipe provided in initial installation. Further cable can be drawn without reopening the ground। ਇਸ ਮੈਥਡ 'ਚ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ। ਜਦੋਂ ਆਪਾਂ ਕੋਈ ਵੀ ਆਪਾਂ ਨੂੰ ਲੱਗਦਾ ਵੀ ਚੇਂਜ ਕਰਨਾ ਪੈਂਦਾ ਅਲਟਰਨੇਸ਼ਨ, ਜਾਂ ਕੋਈ ਐਡੀਸ਼ਨ ਕਰਨੀ ਪੈਂਦੀ ਹੈ, ਜਦੋਂ ਆਪਾਂ ਨੂੰ ਪਤਾ ਵੀ ਇਸ ਏਰੀਏ ਦੇ ਵਿੱਚ ਆਪਾਂ ਨੂੰ ਐਡ ਅਪ ਕਰਨੀ ਪੈਣੀ ਹੈ ਕੇਬਲ ਫਰਦਰ ਅੱਗੇ ਫਿਊਚਰ ਦੇ ਵਿੱਚ, ਤਾਂ ਉਸ ਦੇ ਵਿੱਚ ਆਪਾਂ ਕੀ ਆ, ਡਕਟ ਜਾਂ ਪਾਈਪਸ ਜਿਹੜੀਆਂ ਪਹਿਲਾਂ ਹੀ ਇੰਸਟਾਲ ਕਰਕੇ ਰੱਖ ਲੈਂਦੇ ਹਾਂ। ਉਹਦੇ ਵਿੱਚ ਆਪਾਂ ਜਿਹੜੀ ਕੇਬਲ ਇਨਸਰਟ ਕਰਕੇ ਮੈਨ ਹੋਲ ਥਰੂ ਅਤੇ ਆਪਾਂ ਫਰਦਰ ਅੱਗੇ ਕੰਮ ਕਰ ਸਕਦੇ ਹਾਂ ਆਪਣਾ। ਡਕਟਸ ਆਰ ਆਫ ਸਟੋਨਵੇਅਰ, ਸੀਮੈਂਟ ਔਰ ਕੰਕਰੀਟ, ਬਟ ਦ ਪਾਈਪਸ ਆਰ ਆਫ ਸਟੋਨਵੇਅਰ। ਜਿਹੜੀ ਡਕਟਸ ਹੁੰਦੀਆਂ ਵਾ ਉਹ ਸਟੋਨਵੇਅਰ, ਸੀਮੈਂਟ ਜਾਂ ਕੰਕਰੀਟ ਦੀਆਂ ਹੁੰਦੀਆਂ, ਬਟ ਜਿਹੜੀਆਂ ਪਾਈਪਸ ਹੁੰਦੀਆਂ ਉਹ ਜਿਹੜੀ ਸਟੋਨਵੇਅਰ ਦੀਆਂ ਹੁੰਦੀਆਂ ਹਮੇਸ਼ਾ। ਦ ਚੂਜ਼ ਇਜ਼ determined by locating conditions such as availability, degree of protection requirement and economical factor also involve। ਜਿਹੜਾ ਇਹ ਚੂਜ਼ ਕਰਨਾ ਵੀ ਆਪਾਂ ਡਕਟ ਯੂਜ਼ ਕਰਨੀ ਹੈ ਜਾਂ ਪਾਈਪ ਯੂਜ਼ ਕਰਨੀ ਹੈ, ਇਹ ਡਿਪੈਂਡ ਕਰਦਾ ਆਪਣੀ ਡਿਗਰੀ ਆਫ ਪ੍ਰੋਟੈਕਸ਼ਨ ਦੇ ਉੱਤੇ ਜਾਂ ਇਕਨੋਮੀਕਲ ਫੈਕਟਰ ਦੇ ਉੱਤੇ, ਇਹ ਜਿਹੜੇ ਇਨਵੋਲਵ ਕਰਦਾ ਵਾ। ਅਤੇ ਇਹਦੇ ਹਿਸਾਬ ਦੇ ਨਾਲ ਆਪਾਂ ਚੂਜ਼ ਕਰ ਸਕਦੇ ਹਾਂ ਵੀ ਆਪਾਂ ਨੂੰ ਡਕਟ ਰਿਕੁਆਇਰਡ ਆ ਜਾਂ ਆਪਾਂ ਨੂੰ ਪਾਈਪ ਸਿਸਟਮ ਰਿਕੁਆਇਰਡ ਆ। ਉਹਦੇ ਅਕੋਰਡਿੰਗਲੀ ਆਪਾਂ ਦੋਨਾਂ 'ਚੋਂ ਇੱਕ ਚੂਜ਼ ਕਰਕੇ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਦ ਡਕਟਸ ਆਰ ਜਨਰਲੀ ਮਲਟੀਵੇ ਡਕਟਸ about 1 meter in a length, designed with the spigot and Scotty ends। spigot and Scotty end ਜਿਹੜੇ ਆਪਣੇ ਡਕਟਸ ਦੇ ਵਿੱਚ ਮਲਟੀਵੇ ਡਕਟਸ ਦੇ ਵਿੱਚ 1 ਮੀਟਰ ਲੈਂਥ ਦੇ ਡਿਜ਼ਾਈਨ ਹੁੰਦਾ ਵਾ। ਅਤੇ ਇਹਦੇ 'ਚ ਆਪਾਂ ਸਿਪਗੋਟ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਪਾਈਪ ਦੇ ਮੇਲ ਫੀਮੇਲ ਹੁੰਦੇ ਆ, ਉਹਨੂੰ ਉਹਦੇ ਉੱਤੇ ਇਨਸਰਟ ਕਰਕੇ ਆਪਾਂ ਅੱਗੇ ਫਰਦਰ ਕਨੈਕਟ ਕਰ ਸਕਦੇ ਹਾਂ। 1 ਮੀਟਰ ਦੀ ਲੈਂਥ ਨੂੰ ਆਪਾਂ ਕਨੈਕਟ ਕਰਕੇ ਅੱਗੇ ਯੂਜ਼ ਕਰ ਸਕਦੇ, ਜਿੰਨੀ ਆਪਾਂ ਨੂੰ ਲੈਂਥ ਰਿਕੁਆਇਰਡ ਆ ਉਹਦੇ ਅਕੋਰਡਿੰਗਲੀ ਆਪਾਂ ਯੂਜ਼ ਕਰ ਸਕਦੇ ਹਾਂ। ਇਫ ਦ ਕੇਬਲ ਇਜ਼ ਲੇਡ ਇਨ ਦ ਪਾਈਪ, ਇਟ ਕੈਨ ਬੀ ਯੂਜ਼ਡ ਇਨ ਅ longer length and are usually provided with a suitable collar to slide over the ends। ਕਹਿੰਦੇ ਜੇ ਆਪਣੀ ਜਿਹੜੀ ਕੇਬਲ ਆ ਉਹ ਪਾਈਪਸ ਦੇ ਵਿੱਚ ਪਾਈ ਹੋਈ ਆ ਤਾਂ ਉਹ ਲੋਂਗਰ ਲੈਂਥ ਦੀ ਹੋਊਗੀ, ਅਤੇ ਉਹ ਸੂਟੇਬਲ ਕਾਲਰ ਸਾਈਡਸ ਉਹਦੇ ਐਂਡ ਦੇ ਉੱਤੇ ਹੋਣਗੇ, ਤਾਂ ਕਿ ਜਿਹੜੀ ਅੱਗੇ ਵਾਲੀ ਜਿਹੜੀ ਪਾਈਪ ਆ ਉਹਨੂੰ ਇਨਸਰਟ ਕੀਤਾ ਜਾ ਸਕੇ। ਦ
internal diameter of a duct should be not be less than approximately 1.7 times the diameter of the cable to be installed। ਜਿਹੜੀ ਵੀ ਡਕਟ ਦੇ ਵਿੱਚ ਜਿਹੜਾ ਉਹਦਾ ਡਾਇਆਮੀਟਰ ਆ ਉਹ ਘੱਟ ਨਹੀਂ ਹੋਣਾ ਚਾਹੀਦਾ, ਅਪਰੋਕਸੀਮੇਟਲੀ 1.7 ਟਾਈਮ ਡਾਇਆਮੀਟਰ ਆਫ ਦਾ ਕੇਬਲ ਜਿਹੜੀ ਵੀ ਆਪਾਂ ਇੰਸਟਾਲ ਕਰਨੀ ਹੈ। ਮਤਲਬ ਕਿ ਉਹ ਤੋਂ ਇੱਕ 1.7 ਟਾਈਮ ਜਿਹੜਾ ਡਕਟ ਦਾ ਡਾਇਆ ਉਹ ਹੋਣਾ ਚਾਹੀਦਾ ਵਾ, ਜੇ ਖੁੱਲ੍ਹੀ ਹੋਣੀ ਚਾਹੀਦੀ ਆ ਜਿਹੜੀ ਵੀ ਆਪਾਂ ਕੇਬਲ ਇੰਸਟਾਲ ਕਰਨੀ ਆ ਉਸ ਤੋਂ। ਸੋ ਦੈਟ ਦਾ ਕੇਬਲ ਕੈਨ ਬੀ ਪੁਲਡ ਅਬਸਟਰੈਕਸ਼ਨ ਫਰੀ, ਜਿਹੜੀ ਕੇਬਲ ਆ ਉਹ ਫਰੀਲੀ ਜਿਹੜੀ ਉਹ ਇੰਸਟਾਲ ਕੀਤੀ ਜਾ ਸਕੇ, ਪੁੱਲ ਖਿੱਚੀ ਜਾ ਸਕੇ। ਦ ਡਕਟਸ ਆਰ ਮੇਡ ਟੂ ਰਨ ਸਟਰੇਟ ਬਿਟਵੀਨ ਮੇਨ ਹੋਲਸ, ਜਿਹੜੀਆਂ ਡਕਟਸ ਆ ਉਹ ਰਨ ਕੀਤੀਆਂ ਜਾਂਦੀਆਂ ਵਾ ਬਿਟਵੀਨ ਮੈਨ ਹੋਲਸ ਦੇ ਵਿੱਚ। ਜਿਹੜੇ ਡਕਟਸ ਆ ਉਹਨਾਂ ਪਹਿਲੋਂ ਇੱਕ ਮੈਨ ਹੋਲ ਆ ਗਿਆ, ਫਿਰ ਡਕਟ ਆ ਗਈ, ਫਿਰ ਉਸ ਤੋਂ ਬਾਅਦ ਫਿਰ ਮੈਨ ਹੋਲ, ਫਿਰ ਡਕਟ, ਫਿਰ ਮੈਨ ਹੋਲ। ਜਿੱਥੇ ਵੀ ਆਪਾਂ ਮਤਲਬ ਜੁਆਇੰਟ ਕਰਨਾ ਜਾਂ ਇੱਕ ਮੈਨ ਸੂਟੇਬਲ ਲੈਂਥ ਤੋਂ ਬਾਅਦ ਆਪਾਂ ਜਿਹੜਾ ਉਹ ਮੈਨ ਹੋਲ ਰੱਖ ਸਕਦੇ ਹਾਂ। For covered duct, the diameter of a pipe is kept large to facilitate drawing cable into the duct। ਜਿਹੜਾ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਜਿਹੜਾ ਡਾਇਆਮੀਟਰ ਆਫ ਪਾਈਪ ਆ ਉਹ ਜਿਹੜਾ ਆਪਾਂ ਲਾਰਜ ਰੱਖਣਾ ਵਾ ਜਦੋਂ ਵੀ ਆਪਾਂ ਡਰਾਇੰਗ ਇਨ ਕਰਨਾ ਵਾ ਕੇਬਲ ਨੂੰ ਡਕਟ ਦੇ ਵਿੱਚ। The route is marked and the trench is exhibited as it in a duct laying method। ਜਿਹੜਾ ਜਦੋਂ ਵੀ ਆਪਾਂ ਡਕਟ ਲਾਈਂਗ ਮੈਥਡ ਯੂਜ਼ ਕਰਨਾ ਵਾ ਉਸ ਦੌਰਾਨ ਕੀ ਆ, ਰੂਟ ਨੂੰ ਆਪਾਂ ਮਾਰਕ ਕਰ ਲੈਣਾ, ਫਿਰ ਉਹਦੀ ਟਰੈਂਚ ਦੀ ਐਗਜ਼ੀਬਿਸ਼ਨ ਮਤਲਬ ਖੁਦਾਈ ਕਰਨੀ ਆ। ਦ ਡੈਪਥ ਆਫ ਅ ਟਰੈਂਚ ਸ਼ੁੱਡ ਬੀ ਸੱਚ ਦੈਟ ਦ ਟੋਪ ਪਾਈਪ ਰਿਮੇਨ ਐਟ ਲੀਸਟ 60 ਸੈਂਟੀਮੀਟਰ ਬਿਲੋ ਦਾ ਗਰਾਊਂਡ ਲੈਵਲ। ਟਰੈਂਚ ਜਿਹੜੀ ਇਸ ਹਿਸਾਬ ਨਾਲ ਆਪਾਂ ਪੱਟਣੀ ਆ ਤਾਂ ਕਿ ਜਿਹੜੀ ਆਪਣੀ ਟਰੈਂਚ ਦੀ ਜਿਹੜਾ ਉੱਪਰਲਾ ਹਿੱਸਾ ਜਾਂ ਜਿਹੜਾ ਆਪਣਾ ਡਕਟ ਜਾਂ ਪਾਈਪ ਦਾ ਜਿਹੜਾ ਉੱਪਰਲਾ ਹਿੱਸਾ ਉਹ ਐਟ ਲੀਸਟ ਜਿਹੜਾ ਉਹ 60 ਸੈਂਟੀਮੀਟਰ ਬਿਲੋ ਦਾ ਗਰਾਊਂਡ ਲੈਵਲ ਤੋਂ 60 ਸੈਂਟੀਮੀਟਰ ਥੱਲੇ ਹੋਣਾ ਚਾਹੀਦਾ ਵਾ ਆਪਣਾ। ਦ ਵੈਡਥ ਆਫ ਅ ਟਰੈਂਚ ਡਿਪੈਂਡ ਅਪੋਨ ਦ ਨੰਬਰ ਆਫ ਪਾਈਪਸ ਟੂ ਬੀ ਅਕੋਮੋਡੇਟਿਡ। ਜਿਹੜੀ ਵੈਡਥ ਆ ਉਹ ਚੜਾਈ ਆ ਉਹ ਡਿਪੈਂਡ ਕਰਦੀਆਂ ਕਿੰਨੀਆਂ ਆਪਾਂ ਪਾਈਪਸ ਜਿਹੜੀਆਂ ਇੰਸਰਟ ਕਰਨੀਆਂ ਵਾ, ਜਿੰਨੀਆਂ ਆਪਾਂ ਨੂੰ ਕੇਬਲਸ ਰਿਕੁਆਇਰਡ ਆ ਉਹਦੇ ਅਕੋਰਡਿੰਗਲੀ ਆਪਾਂ ਨੂੰ ਪਾਈਪ ਆਪਾਂ ਉਹਦੇ 'ਚ ਪਾਉਂਦੇ ਹਾਂ ਅਤੇ ਉਹਦੇ ਅਕੋਰਡਿੰਗਲੀ ਚੜਾਈ ਦਾ ਘੱਟ ਵੱਧ ਸਕਦੀ ਆ। ਨਾਰਮਲੀ ਦਾ ਸਪੇਸਿੰਗ ਆਫ 25 ਸੈਂਟੀਮੀਟਰ ਟੂ 75 ਸੈਂਟੀਮੀਟਰ ਇਜ਼ ਮੇਨਟੇਨਡ ਬਿਟਵੀਨ ਟੂ ਐਡਜਸਟੈਂਟ ਪਾਈਪਸ। ਜਿਹੜਾ ਇੱਕ ਤੋਂ ਦੂਜੀ ਪਾਈਪਸ ਦੇ ਵਿਚਾਲੇ ਜਿਹੜੀ ਡਿਸਟੈਂਸ ਉਹ ਮੇਨਟੇਨ ਰੱਖਣਾ ਵਾ 25 ਤੋਂ ਲੈ ਕੇ 75 ਸੈਂਟੀਮੀਟਰ ਤੱਕ ਆਪਾਂ ਡਿਸਟੈਂਸ ਮੇਨਟੇਨ ਰੱਖ ਸਕਦੇ ਹਾਂ, ਘੱਟੋ ਘੱਟ 25 ਮੈਕਸੀਮਮ 75। The bottom of a trench is desired to smooth gradient surface which forms the bedding of the pipes should be ensured that the shifting of alignment of pipes should not be taken place during a backfilling। ਕਹਿੰਦੇ ਜਿਹੜੇ ਬੋਟਮ ਡਿਜ਼ਾਈਨ ਉਹਨੂੰ ਸਮੂਥਲੀ ਹੋਣਾ ਚਾਹੀਦਾ ਵਾ ਜਦੋਂ ਆਪਾਂ ਸਰਫੇਸ ਦੇ ਉੱਤੇ ਜਿਹੜਾ ਬੈੱਡ ਬਣਾਉਣਾ ਵਾ ਉਹਦੇ ਉੱਤੇ ਜਿੱਥੇ ਪਾਈਪ ਰੱਖਣੀਆਂ ਵਾ ਇਹ ਇੰਸ਼ੋਰ ਕਰ ਲਈਏ ਜਦੋਂ ਆਪਾਂ ਜਿਹੜੀ ਸ਼ਿਫਟਿੰਗ ਅਲਾਈਨਮੈਂਟ ਪ੍ਰੋਪਰ ਹੋਣੀ ਚਾਹੀਦੀ ਆ ਪਾਈਪਸ ਦੀ। ਜਦੋਂ ਵੀ ਆਪਾਂ ਉਹਦੀ ਬੈਕ ਫਿਲਿੰਗ ਕਰਨੀ ਆ ਉਸ ਦੌਰਾਨ ਕੋਈ ਪ੍ਰੋਬਲਮ ਨਾ ਆਵੇ, ਆਪਣੀ ਜਿਹੜੀ ਪਾਈਪਸ ਆ ਉਹ ਉੱਥੇ ਹਿੱਲੀ ਨਾ ਟੇਕ ਪਲੇਸ ਰਵੇ, ਸ਼ੁੱਡ ਨਾਟ ਬੀ ਟੇਕ ਪਲੇਸ ਡਿਊਰਿੰਗ ਦ ਬੈਕ ਫਿਲਿੰਗ। ਉਹ ਬੈਕ ਫਿਲਿੰਗ ਦੌਰਾਨ ਉਹ ਉੱਥੋਂ ਹਿੱਲੇ ਨਾ ਪਾਈਪਸ ਆਪਣੀਆਂ ਜਿਹੜੀਆਂ। ਇਹ ਹੈਗਾ ਆਪਣਾ ਡਾਇਗਰਾਮ ਜਿਹਦੇ ਵਿੱਚ ਆਪਾਂ 8 ਪਾਈਪਸ ਜਿਹੜੀਆਂ ਯੂਜ਼ ਕੀਤੀਆਂ ਵਾ ਅਤੇ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ 10 ਸੈਂਟੀਮੀਟਰ। ਲਾਸਟ ਐਰੋ ਜਿਹੜਾ ਲੱਗਿਆ ਹੋਇਆ ਸੈਂਡ ਲੇਅਰ 10 ਸੈਂਟੀਮੀਟਰ ਥਿਕ ਈਚ। ਜਿਹੜੀ ਸੈਂਡ ਲੇਅਰ ਆ ਉਹ ਪਾਈਪ ਟੂ ਪਾਈਪ ਉਹ 10 ਸੈਂਟੀਮੀਟਰ ਥਿਕ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਫਿਰ ਆਪਣੀ ਪਾਈਪ ਆ ਗਈ ਅਤੇ ਇਨਸਾਈਡ ਉਹਦੇ ਕੇਬਲ ਆ। ਉਸ ਤੋਂ ਬਾਅਦ ਸਭ ਤੋਂ ਉੱਤੇ ਆਪਾਂ ਬ੍ਰਿਕਸ ਫॉर ਪ੍ਰੋਟੈਕਸ਼ਨ ਅਗੇਂਸਟ ਮਕੈਨੀਕਲ ਇੰਜਰੀ ਟੂ ਕੇਬਲਸ ਜਿਹੜੀਆਂ ਆਪਾਂ ਡਾਇਰੈਕਟ ਮੈਥਡ 'ਚ ਵੀ ਡਿਸਕਸ ਕੀਤੀਆਂ ਸੀਗੀਆਂ। ਇਹਦੇ 'ਚ ਵੀ ਆਪਾਂ ਜਿਹੜੀ ਉਹ ਬ੍ਰਿਕਸ ਯੂਜ਼ ਕਰਨੀਆਂ ਤਾਂ ਕਿ ਜੇ ਕੋਈ ਵੀ ਅਨਆਥੋਰਾਈਜ਼ਡ ਪਰਸਨ ਜਾਂ ਕੋਈ ਹੋਰ
ਜਿਹੜਾ ਉਹ ਇਹਨੂੰ ਖੁਦਾਈ ਕਰਦਾ ਵਾ, ਕੋਈ ਐਗਜ਼ੀਬਿਸ਼ਨ ਕਰਦਾ ਤਾਂ ਉਸ ਦੌਰਾਨ ਜਿਹੜੀ ਉਹ ਆਪਣੀ ਪਾਈਪਸ ਜਾਂ ਜਿਹੜੀ ਵੀ ਡਕਟਸ ਆ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਉਸ ਤੋਂ ਉੱਤੇ ਜਿਹੜੀ ਅਰਥ ਫਿਲਿੰਗ, ਬੈਕ ਫਿਲਿੰਗ ਜਿਹੜੀ ਆਪਾਂ ਕਰ ਦੇਣੀ ਆ, ਅਤੇ ਜਿਹੜੀ ਮਤਲਬ ਆਪਾਂ ਸੋਇਲ ਰਿਮੂਵ ਕੀਤੀ ਆ ਉਹਨੂੰ ਪਾ ਦੇਣਾ ਵਾ। ਬਾਕੀ ਆਪਾਂ ਸਾਰਾ ਡਿਸਕਸ ਕਰ ਚੁੱਕੇ ਹਾਂ ਡਾਇਰੈਕਟ ਲਿੰਕ ਦੇ ਵਿੱਚ ਕਿਵੇਂ ਜਿਹੜਾ ਪ੍ਰੋਸੈਸ ਕਰਨਾ ਵਾ। ਨੈਕਸਟ ਜਿਹੜੇ ਮੈਨ ਹੋਲਸ ਬਣਾਉਣੇ ਆ ਉਹਨਾਂ ਬਾਰੇ ਡਿਸਕਸ ਕਰਾਂਗੇ। ਇਟ ਇਜ਼ ਦਾ ਅੰਡਰਗਰਾਊਂਡ ਚੈਂਬਰਸ ਵੇਅਰ ਦਾ ਪਾਈਪਸ ਆਫ ਡਕਟ ਟਰਮੀਨੇਟ। ਜਿਹੜੇ ਇਹ ਮੈਨ ਹੋਲਸ ਉੱਥੇ ਬਣਾਏ ਜਾਂਦੇ ਆ ਜਿੱਥੇ ਪਾਈਪਸ ਅਤੇ ਪਾਈਪਸ ਆਫ ਡਕਟ ਜਿਹੜੀਆਂ ਟਰਮੀਨੇਟਸ ਮਤਲਬ ਟਰਮੀਨਲ ਜਾਂ ਉਹਨਾਂ ਦੇ ਜੋੜ ਲਾਏ ਜਾਂਦੇ ਆ, ਜਾਂ ਉਹਨਾਂ ਦਾ ਜਿੱਥੋਂ ਵੀ ਆਪਾਂ ਆਊਟ ਗੋਇੰਗ ਜਾਂ ਇਨਕਮਿੰਗ ਜਿਹੜੀ ਦੇਣੀ ਆ ਉਹ ਉੱਥੇ ਲਾਏ ਜਾਂਦੇ ਆ, ਜੋੜ ਲਾਏ ਜਾਂਦੇ ਆ ਸਮਝ ਲਓ। ਦ ਮੈਨ ਹੋਲ ਇਜ਼ ਯੂਜ਼ਲੀ ਫॉर ਪੁਲਿੰਗ ਇਨ ਕੇਬਲ ਥਰੂ ਦ ਡਕਟ। ਜਿਹੜੇ ਮੈਨ ਹੋਲ ਆਪਾਂ ਉਹਨਾਂ ਦੇ ਵਿੱਚ ਕੇਬਲ ਨੂੰ ਖਿੱਚਣ ਵਾਸਤੇ ਵੀ ਯੂਜ਼ ਕਰਦੇ ਹਾਂ। ਦ ਮੈਨ ਹੋਲ ਇਜ਼ ਆਲਸੋ ਯੂਜ਼ਡ ਐਜ਼ ਅ ਜੁਆਇੰਟਿੰਗ ਚੈਂਬਰਸ ਫॉर ਦ ਕੇਬਲ ਕਮਿੰਗ ਇਨ ਔਰ ਆਊਟ ਗੋਇੰਗ ਫਰੋਮ ਇਟ। ਜਿਹੜੀ ਇਹ ਚੈਂਬਰਸ ਆ, ਮੈਨ ਹੋਲ ਚੈਂਬਰਸ ਆ, ਉਹਨਾਂ ਨੂੰ ਆਪਾਂ ਜੁਆਇੰਟਿੰਗ ਵਾਸਤੇ ਯੂਜ਼ ਕਰਦੇ ਹਾਂ ਕੇਬਲ ਦੀ, ਚਾਹੇ ਇਨਕਮਿੰਗ ਹੈ ਚਾਹੇ ਆਊਟ ਗੋਇੰਗ ਫਰੋਮ ਇਟ ਜਿਹੜੀ ਵੀ ਜਾਣੀ ਉੱਥੋਂ। ਜਨਰਲੀ ਦ ਮੈਨ ਹੋਲ ਆਰ ਲੋਕੇਟਿਡ ਐਟ ਦ ਸਟਰੀਟ ਕ੍ਰੋਸ ਵੇਅਰ ਫਰੋਮ ਦ ਡਕਟਸ ਕੈਨ ਬੀ ਰੇਡੀਏਟਿਡ ਇਨ ਆਲ ਡਾਇਰੈਕਸ਼ਨ। ਮੈਨ ਹੋਲਸ ਜਿਹੜੇ ਹਮੇਸ਼ਾ ਆਪਾਂ ਜਿਹੜੇ ਲੋਕੇਟ ਕਰਦੇ ਹਾਂ ਕਿੱਥੇ, ਕ੍ਰੋਸ ਦ ਸਟਰੀਟ, ਜਿਹੜੀ ਸਟਰੀਟ ਤੋਂ ਕ੍ਰੋਸ ਕਰਕੇ ਹੀ ਆਪਾਂ ਜਿਹੜੇ ਮੈਨ ਹੋਲਸ ਯੂਜ਼ ਕਰਦੇ ਹਾਂ ਤਾਂ ਕਿ ਸਾਰੀ ਡਾਇਰੈਕਸ਼ਨ ਦੇ ਵਿੱਚ ਆਪਾਂ ਉਹਦੇ ਕੰਮ ਕਰ ਸਕੀਏ। ਦ ਮੈਨ ਹੋਲ ਮੇ ਬੀ ਕੰਸਟਰਕਟਿਡ ਆਊਟ ਆਫ ਦ ਕੰਕਰੀਟ ਔਰ ਬ੍ਰਿਕਸ ਵਰਕ ਐਂਡ ਰੂਫ ਆਫ ਮੈਨ ਹੋਲ ਇਜ਼ ਕਵਰਡ ਵਿਦ ਦ ਕਾਸਟ ਆਇਰਨ ਕਵਰ। ਦੇ ਜਿਹੜੀ ਮੈਨ ਹੋਲਸ ਆ ਉਹ ਆਪਣੇ ਬ੍ਰਿਕਸ ਵਰਕ ਜਾਂ ਕੰਕਰੀਟ ਦੇ ਬਣੇ ਹੁੰਦੇ ਆ, ਅਤੇ ਇਹਨਾਂ ਦਾ ਜਿਹੜਾ ਉੱਪਰਲਾ ਕਵਰ ਆ, ਜਿੰਨਾ ਕਵਰ ਹੁੰਦਾ ਉਹ ਕਾਸਟ ਆਇਰਨ ਕਵਰ ਦਾ ਹੁੰਦਾ ਵਾ। ਜਿਹੜਾ ਕਾਸਟ ਆਇਰਨ ਦਾ ਉਹਦਾ ਜਿਹੜਾ ਮਤਲਬ ਢੱਕਣ ਆ ਉਹ ਕਾਸਟ ਆਇਰਨ ਦਾ ਬਣਿਆ ਹੁੰਦਾ ਵਾ। ਦ ਸਾਈਜ਼ ਆਫ ਮੈਨ ਹੋਲ ਇਜ਼ ਲਾਰਜ ਇਨਫ ਟੂ ਅਲਾਓ ਅ ਮੈਨ ਟੂ ਐਂਟਰਡ ਇਨਟੂ ਵਿਦਾਊਟ ਡਿਫੀਕਲਟੀ। ਜਿਹੜਾ ਮੈਨ ਹੋਲ ਦਾ ਮਤਲਬ ਸਾਈਜ਼ ਆ ਉਹ ਇੰਨਾ ਕੁ ਬਣਿਆ ਹੁੰਦਾ ਵੀ ਜਿਹੜਾ ਪਰਸਨ ਆ ਜਾਂ ਕੋਈ ਬੰਦਾ ਵਾ ਜਿਹਨੇ ਵਰਕ ਕਰਨਾ ਵਾ ਉਹਨੂੰ ਔਖਾਈ ਨਾ ਹੋਵੇ, ਅੰਦਰ ਉਹ ਈਜ਼ੀਲੀ ਬੈਠ ਕੇ ਆਪਣਾ ਕੰਮ ਕਰ ਸਕਦਾ। ਜੁਆਇੰਟਿੰਗ ਵਰਕ ਜਾਂ ਇੰਸੂਲੇਟਿੰਗ, ਰਿਮੂਵਿੰਗ ਔਰ ਟੇਪਿੰਗ ਵਗੈਰਾ ਜਿਹੜੀ ਕਰਨੀ ਆ ਉਹ ਈਜ਼ੀਲੀ ਉੱਥੇ ਕਰ ਸਕਦਾ। ਦ ਸਾਈਜ਼ ਆਫ ਮੈਨ ਹੋਲ ਡਿਪੈਂਡਸ ਅਪੋਨ ਦ ਨੰਬਰ ਆਫ ਡਕਟਸ ਟਰਮੀਨੇਟਿਡ ਫਰੋਮ ਡਿਫਰੈਂਟ ਡਾਇਰੈਕਸ਼ਨ। ਅਤੇ ਸਾਈਜ਼ ਜਿਹੜਾ ਉਹ ਮੈਨ ਹੋਲ ਦਾ ਡਿਪੈਂਡ ਕਰਦਾ ਵਾ ਬਈ ਕਿੰਨੇ ਉਹਦੇ 'ਤੇ ਜੋੜ ਟਰਮੀਨੇਟਸ ਆ ਅਤੇ ਕਿੰਨੀਆਂ ਡਕਟਸ ਪਾਈਆਂ ਹੋਈਆਂ। ਜਿੰਨੀਆਂ ਕੇਬਲ ਜ਼ਿਆਦਾ ਹੋਣਗੀਆਂ ਉਨੀਆਂ ਜ਼ਿਆਦਾ ਡਕਟਸ ਜਾਂ ਪਾਈਪਸ ਹੋਣਗੀਆਂ, ਅਤੇ ਓਨੇ ਹੀ ਮਤਲਬ ਵੱਡਾ ਆਪਾਂ ਨੂੰ ਮੈਨ ਹੋਲ ਬਣਾਉਣਾ ਪੈਣਾ ਤਾਂ ਕਿ ਜਿਹੜਾ ਉਹ ਉਹਦੇ 'ਚ ਕੋਈ ਜੁਆਇੰਟ ਲਾਉਣ ਦੌਰਾਨ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਇਹ ਆਪਣਾ ਮੈਨ ਹੋਲ ਆ ਜਿਹਦੇ ਵਿੱਚ ਉੱਤੇ ਕਾਸਟ ਆਇਰਨ ਕਵਰ ਲੱਗਿਆ ਹੋਇਆ, ਢੱਕਣ ਲੱਗਿਆ ਹੋਇਆ। ਇਹ ਮੈਨ ਹੋਲ ਬਣਿਆ ਹੋਇਆ। ਇੱਧਰ ਆਪਾਂ ਜਿਹੜੀ ਪਾਈਪ ਡਰੋ ਇਨ ਪਾਈਪਸ ਜਿਹੜੀਆਂ ਇਹ ਪਾਈਪ ਲੱਗੀ ਹੋਈ ਹੈ, ਇਹਦੇ 'ਚ ਆਪਾਂ ਕੇਬਲ ਜਿਹੜੀ ਇਨਸਰਟ ਕਰ ਸਕਦੇ ਹਾਂ ਜਾਂ ਐਗਜ਼ਿਟ ਕਰ ਸਕਦੇ ਹਾਂ ਜਿਵੇਂ ਵੀ ਆਪਾਂ ਨੂੰ ਰਿਕੁਆਇਰਮੈਂਟ ਆ। ਬੋਥ ਸਾਈਡ ਜਿਹੜੀ ਉਹ ਆਪਾਂ ਨੂੰ ਪਾਈਪਸ, ਡਰਾਇੰਗ ਇਨ ਪਾਈਪਸ ਲੱਗੀਆਂ ਹੋਈਆਂ ਵਾ। ਇੱਕ ਸਾਈਡ ਤੋਂ ਆ ਕੇ ਇੱਥੇ ਟਰਮੀਨਲ ਬਣਾ ਕੇ ਦੂਜੇ ਸਾਈਡ ਜਾਂਦੀ ਆ, ਜਿਵੇਂ ਵੀ ਆ ਉਹ ਜਿਹੜੇ ਇੱਥੇ ਇਹ ਕੰਮ ਕੀਤਾ ਜਾਂਦਾ। ਡਰਾਇੰਗ ਇਨ ਕੇਬਲ ਦ ਸਟੈਪ primarily to drawing in cable through the ducts are selection of duct, roading the duct and threading of a rope। ਜਦੋਂ ਡਰਾਇੰਗ ਇਨ ਕਰਨੀ ਹੈ ਕੇਬਲਸ ਉਦੋਂ ਜਿਹੜੀ ਆਪਣੀ ਡਕਟਸ ਸਿਲੈਕਟ ਕੀਤੀ ਜਾਂਦੀ ਹੈ ਕਿਹੜੀ ਡਕਟ ਦੇ ਵਿੱਚ ਆਪਾਂ ਜਿਹੜੀ ਰੋਡਿੰਗ ਕਰਨੀ ਹੈ ਜਾਂ ਥਰੈਡਿੰਗ ਆਫ ਰੋਪ ਕਰਕੇ ਜਿਹੜੀ ਉਹਨੂੰ ਕੇਬਲ ਨੂੰ ਰਿਮੂਵ ਕਰਨਾ ਜਾਂ ਇਨਸਰਟ ਕਰਨਾ ਵਾ।
ਸਿਲੈਕਸ਼ਨ ਆਫ ਡਕਟ ਦੀ ਸਿਲੈਕਸ਼ਨ ਕਿਵੇਂ ਕਰਨੀ ਆਪਾਂ ਉਹ ਡਿਸਕਸ ਕਰਾਂਗੇ। ਇਨ ਕੇਸ ਆਫ ਅ ਨਿਊ ਇੰਸਟਾਲੇਸ਼ਨ, ਜਦੋਂ ਆਪਾਂ ਨਵੀਂ ਇੰਸਟਾਲੇਸ਼ਨ ਮਤਲਬ ਨਵੀਆਂ ਕੇਬਲਾਂ ਪਾਉਣੀਆਂ ਵਾ, ਉਦੋਂ ਕਿਵੇਂ ਆਪਾਂ ਸਿਲੈਕਸ਼ਨ ਆਫ ਡਕਟ ਕਰਨੀ ਆ ਉਹਦੇ ਬਾਰੇ ਡਿਸਕਸ ਕਰ ਰਹੇ ਹਾਂ ਆਪਾਂ। ਦ ਕੇਬਲਸ ਆਰ ਅਰੇਂਜ ਇਨ ਅ ਸੀਕੁਐਂਸ ਫਰੋਮ ਦ ਬੋਟਮ ਡਕਟ। ਜਦੋਂ ਵੀ ਆਪਾਂ ਨਵੀਆਂ ਕੇਬਲਾਂ ਪਾਉਣੀਆਂ ਵਾ ਤਾਂ ਸਭ ਤੋਂ ਪਹਿਲਾਂ ਆਪਾਂ ਬੋਟਮ ਤੋਂ ਸ਼ੁਰੂ ਕਰਨਾ, ਮਤਲਬ ਥੱਲੇ ਜਿਵੇਂ ਆਪਾਂ ਡਾਇਗਰਾਮ ਦੇ ਵਿੱਚ ਸ਼ੋਅ ਕੀਤਾ ਸੀਗਾ 8 ਕੇਬਲਾਂ ਪਾਈਆਂ ਹੋਈਆਂ, 4 ਇੱਕ ਸਾਈਡ ਆ 4 ਇੱਕ ਸਾਈਡ ਆ। ਸਭ ਤੋਂ ਪਹਿਲਾਂ ਆਪਾਂ ਜਿਹੜੀ ਥੱਲੇ ਵਾਲੀ ਪਾਈਪ ਆ ਜਾਂ ਡਕਟ ਆ ਉਹਦੇ 'ਚ ਕੇਬਲ ਇਨਸਰਟ ਕਰਨੀ ਆ, ਫਿਰ ਉਸ ਤੋਂ ਬਾਅਦ ਉੱਪਰਲੀਆਂ 'ਚ ਜਿਹੜੀਆਂ ਉੱਪਰ ਆਈ ਜਾਣਾ ਵਾ। ਮਤਲਬ ਕਿ ਸਭ ਤੋਂ ਪਹਿਲਾਂ ਜਿਹੜੀਆਂ ਥੱਲੇ ਵਾਲੀਆਂ ਜਿਵੇਂ ਅਕੋਰਡਿੰਗ ਟੂ ਡਾਇਗਰਾਮ ਆਪਣੇ 8 ਕੇਬਲਾਂ ਸੀਗੀਆਂ ਪੈਰਲਲੀ, 2 ਕੇਬਲਾਂ 4 ਮਤਲਬ ਬਲੋਕਸ ਬਣਾਏ ਸੀ ਆਪਾਂ, ਜਿਹਦੇ ਵਿੱਚ 8 ਕੇਬਲਾਂ ਇੰਸਰਟ ਕਰ ਸਕਦੇ ਹਾਂ। 8 ਪਾਈਪਸ ਔਰ ਡਕਟਸ ਬਣੀਆਂ ਹੋਈਆਂ ਸੀ ਆਪਣੀਆਂ। ਉਹਦੇ 'ਚ ਆਪਾਂ ਪਹਿਲਾਂ ਥੱਲੇ ਵਾਲੀ 2 ਦੇ ਵਿੱਚ ਕੇਬਲਾਂ ਇੰਸਰਟ ਕਰਨੀਆਂ ਵਾ, ਤਾਂ ਕਿ ਜਿਹੜਾ ਜਦੋਂ ਆਪਾਂ ਕੋਈ ਵੀ ਆਪਾਂ ਨੂੰ ਕੇਬਲ ਜਿਹੜੀ ਹੋਰ ਇੰਸਰਟ ਕਰਨੀ ਪੈਂਦੀ ਆ ਉਹ ਜਦੋਂ ਜੇ ਆਪਾਂ ਪਹਿਲਾਂ ਉੱਪਰ ਇੰਸਰਟ ਕਰ ਲਾਂਗੇ, ਥੱਲੇ ਜਦੋਂ ਆਪਾਂ ਇੰਸਰਟ ਕਰਾਂਗੇ ਨਾ ਦੂਜੀਆਂ ਕੇਬਲਸ, ਉਹਦੇ 'ਚ ਆਪਾਂ ਨੂੰ ਪ੍ਰੋਬਲਮ ਆਊਗੀ, ਕਿਉਂਕਿ ਉੱਪਰਲੀਆਂ ਜਿਹੜੀਆਂ ਆਪਣੀ ਥੱਲੇ ਵਾਲੀ ਕੇਬਲ ਦੇ ਉੱਤੇ ਡਿੱਗੀ ਜਾਣਗੀਆਂ। ਜੇ ਆਪਾਂ ਥੱਲੇ ਪਹਿਲਾਂ ਪਾ ਦਾਂਗੇ ਕੇਬਲਸ ਨੂੰ, ਉਹ ਜਿਹੜੀਆਂ ਥੱਲੇ ਰਹਿ ਜਾਣਗੀਆਂ, ਉੱਪਰਲੀਆਂ ਕੇਬਲ ਆਪਾਂ ਈਜ਼ੀਲੀ ਉਹਦੇ 'ਚ ਆਪਣੇ ਫਸਣਗੀਆਂ ਨਹੀਂ ਅਤੇ ਈਜ਼ੀਲੀ ਆਪਣੀ ਡਕਟ ਦੇ ਵਿੱਚ ਪੈ ਜਾਣਗੀਆਂ। The longer cables are placed in duct. Below the ducts are shorter cable length. ਜਿਹੜੀਆਂ longer cables are placed in a duct below, ਥੱਲੇ ਜਿਹੜੀਆਂ ਲੌਂਗ ਕੇਬਲ ਹੋਣਗੀਆਂ ਉਹਨੂੰ ਥੱਲੇ ਪਾ ਦੇਣਾ, ਅਤੇ ਜੇ ਆਪਣੀ ਵੱਡੀਆਂ ਕੇਬਲਾਂ ਵਾ ਜਿਹੜੀਆਂ ਛੋਟੀਆਂ ਕੇਬਲਾਂ ਉਹ ਨਾ ਆਪਾਂ ਉੱਪਰ ਪਾਉਣਾ ਵਾ। ਕਿਉਂਕਿ ਜਿਹੜੀ ਲੋਂਗਰ ਲੈਂਥ ਕੇਬਲ ਹੋਊਗੀ, ਜੇ ਆਪਾਂ ਉਹਨੂੰ ਮੈਨ ਹੋਲ ਦੇ ਵਿੱਚ ਰੱਖਣਾ ਵਾ ਤਾਂ ਜੇ ਆਪਾਂ ਉੱਪਰੋਂ ਪਾਵਾਂਗੇ ਤਾਂ ਉਹ ਆਪਣੇ ਉਲਝੀ ਜਾਣਗੀਆਂ। ਜੇ ਥੱਲੇ ਪਈ ਹੋਊਗੀ ਉਹ ਥੱਲੇ ਲੱਗ ਪਈ ਰਹੂਗੀ, ਸ਼ਾਰਟਰ ਜਿਹੜੀ ਉੱਪਰ ਪਈ ਰਹੂਗੀ। ਸ਼ਾਰਟਰ ਨੂੰ ਆਪਾਂ ਸਾਈਡ 'ਤੇ ਕਰਕੇ ਜਿਹੜੇ ਲੋਂਗਰ ਦੇ ਉੱਤੇ ਜੇ ਆਪਾਂ ਕੰਮ ਕਰਨਾ ਤਾਂ ਉਹ ਵੀ ਕਰ ਸਕਦੇ ਹਾਂ। ਦ ਅਪਰ ਮੋਸਟ ਡਕਟਸ ਆਰ ਯੂਜ਼ਲੀ ਕੈਪਟ ਐਜ਼ ਸਪੇਅਰ। ਜਿਹੜੀਆਂ ਅਪਰ ਮੋਸਟ ਡਕਟ ਆ ਜਾਂ ਅਪਰ ਮੋਸਟ ਪਾਈਪਸ ਆ ਉਹਨਾਂ ਨੂੰ ਆਪਾਂ ਖਾਲੀ ਰੱਖਣਾ ਵਾ, ਤਾਂ ਕਿ ਜਿਹੜਾ ਫਰਦਰ ਇਨ ਫਿਊਚਰ ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਸੱਚ ਸਿਲੈਕਸ਼ਨ ਆਫ ਡਕਟਸ ਫੋਰ ਅ ਕੇਬਲ ਡਰਾਇੰਗ ਵਿਲ ਨਾਟ ਬੀ ਪੋਸੀਬਲ ਇਨ ਕੇਸ ਆਫ ਓਲਡ ਇੰਸਟਾਲੇਸ਼ਨ। ਇਹ ਜਿਹੜਾ ਸਿਲੈਕਸ਼ਨ ਆਫ ਆਪਣਾ ਡਕਟ ਕੇਬਲ ਆ, ਇਹਦੇ 'ਚ ਆਪਾਂ ਪੁਰਾਣੀ ਇੰਸਟਾਲੇਸ਼ਨ ਦੇ ਵਿੱਚ ਇਹਨੂੰ ਆਪਾਂ ਯੂਜ਼ ਨਹੀਂ ਕਰ ਸਕਦੇ, ਕਿਉਂਕਿ ਉਹਦੇ 'ਚ ਕੀ ਆ ਆਪਾਂ ਨੂੰ ਜਿਹੜਾ ਅਕੋਰਡਿੰਗਲੀ ਜੇ ਆਪਾਂ ਕੋਈ ਪੁਰਾਣੀ ਕੇਬਲ ਨੂੰ ਅਨਇੰਸਟਾਲ ਕਰਕੇ ਜਾਂ ਨਵੀਂ ਇੰਸਟਾਲ ਕਰਨੀ ਹੈ, ਉਹਦੇ ਅਕੋਰਡਿੰਗਲੀ ਕਰਨੀ ਹੈ ਜਿਵੇਂ ਉਹ ਪਈ ਹੋਈ ਆ। ਇਨ ਸੱਚ ਸਿਚੁਏਸ਼ਨ ਦ ਨਿਊ ਕੇਬਲਸ ਆਰ ਅਕੋਮੋਡੇਟਿਡ ਇਨ ਦ ਸਪੇਅਰ ਡਕਟ। ਜਿਹੜੇ ਜਦੋਂ ਆਪਾਂ ਨੂੰ ਕੋਈ ਪੁਰਾਣੀ ਡਕਟਿੰਗ ਹੋਈ ਆ, ਪੁਰਾਣਾ ਸਿਸਟਮ ਬਣਿਆ ਹੋਇਆ, ਉਹਦੇ 'ਚ ਜੇ ਆਪਾਂ ਕੋਈ ਨਵੀਂ ਕੇਬਲ ਇੰਸਰਟ ਕਰਨੀ ਆ ਉਹ ਕਾਹਦੇ 'ਚ ਕਰਨੀ ਹੈ, ਜਿਹੜੀ ਆਪਣੀ ਸਪੇਅਰ ਡਕਟ ਪਈ ਹੋਈ ਆ। ਜਿਹੜੀ ਆਪਾਂ ਜੇ ਆਪਾਂ 4 ਕੇਬਲਾਂ ਪਾਉਣੀਆਂ ਤਾਂ ਆਪਾਂ ਜਿਹੜੀਆਂ 2 ਡਕਟਾਂ ਖਾਲੀ ਛੱਡ ਲੈਣੀਆਂ, ਮਤਲਬ 6 ਡਕਟਾਂ ਬਣਾਵਾਂਗੇ ਜੇ 4 ਕੇਬਲਾਂ ਪਾਉਣੀਆਂ। ਇਨ ਕੇਸ ਆਫ ਫਿਊਚਰ ਜੇ ਆਪਾਂ ਨੂੰ ਜ਼ਿਆਦਾ ਕੇਬਲਸ ਇੰਸਰਟ ਕਰਨੀਆਂ ਪੈਂਦੀਆਂ ਵਾ ਤਾਂ ਆਪਾਂ ਜਿਹੜਾ ਈਜ਼ੀਲੀ ਉਹਨਾਂ ਵਿੱਚ ਜਿਹੜੀਆਂ ਸਪੇਅਰ ਡਕਟਸ ਆਪਾਂ ਰੱਖੀਆਂ ਹੋਈਆਂ ਉਹਨਾਂ ਦੇ ਵਿੱਚ ਆਪਾਂ ਇੰਸਟਾਲ ਕਰ ਸਕਦੇ ਹਾਂ। ਐਂਡ ਦ ਕੇਬਲ ਰਿਪਲੇਸਿੰਗ ਫਾਲਟ ਔਨ ਵਨ ਸ਼ੁੱਡ ਓਕੂਪਾਈ ਇਟਸ ਓਨ ਡਕਟ। ਜੇ ਕੋਈ ਫਾਲਟੀ ਕੇਬਲ ਹੋ ਜਾਂਦੀ ਆ ਤਾਂ ਉਹ ਆਪਾਂ ਜਿਹੜੀ ਫਾਲਟ ਕੇਬਲ ਆ ਉਹਨੂੰ ਰਿਮੂਵ ਕਰਕੇ ਉਸੇ ਡਕਟ ਦੇ ਵਿੱਚ ਹੀ ਕੇਬਲ ਆਪਾਂ ਪਾ ਦੇਣੀ ਆ, ਉਹਨੂੰ ਰਿਪਲੇਸ ਕਰਕੇ ਉਸੇ ਹੀ ਡਕਟ ਦੇ ਵਿੱਚ ਆਪਾਂ ਜਿਹੜੀ ਨਵੀਂ ਕੇਬਲ ਪਾ ਦੇਣੀ ਆ, ਅਤੇ ਫਰਦਰ ਅੱਗੇ ਉਹਦੀ ਜੁਆਇੰਟਿੰਗ ਵਗੈਰਾ ਕਰਕੇ ਉਹਨੂੰ ਕਨੈਕਸ਼ਨ ਦੇ ਕੇ ਯੂਜ਼ ਕਰ ਸਕਦੇ ਹਾਂ। ਇਹ ਸੀਗਾ ਆਪਣਾ ਟੋਪਿਕ ਡਰਾਇੰਗ ਇਨ ਸਿਸਟਮ ਜਾਂ ਡਰਾਇੰਗ ਇਨ ਪਾਈਪਸ ਔਰ ਡਕਟ।
थैंक यू वेरी मच। नेक्स्ट टाइम नेक्स्ट टॉपिक लगे हुए। थैंक यू वेरी मच।